ਲੇਟੈਸਟ ਅਪਡੇਟ ਦੇ ਲਈ ਚੈਨਲ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਓ। ਏਅਰਵੇਬਿਲ ਦੇ ਨਿਯਮਾਂ ਅਤੇ ਸ਼ਰਤਾਂ। ਇਹ ਪੇਸ਼ਕਾਰੀ JBS ਅਕੈਡਮੀ ਦੁਆਰਾ ਤਿਆਰ ਕੀਤਾ ਗਿਆ ਇੱਕ ਟਿਊਟੋਰੀਅਲ ਹੈ ਜੋ ਉਪਭੋਗਤਾਵਾਂ ਨੂੰ ਤਿਆਰੀ ਦੀਆਂ ਇੱਕ ਏਅਰਵੇਬਿਲ ਦੀ ਬਾਰੀਕੀਆਂ ਸਿੱਖਣ ਵਿੱਚ ਮਦਦ ਕਰਦਾ ਹੈ। ਇਹ ਆਮ ਦਿਸ਼ਾ ਨਿਰਦੇਸ਼ ਅਤੇ ਖਾਸ ਵੇਰਵੇ ਹਨ ਜੋ ਭੂਗੋਲਿਕ ਜਾਂ ਕਾਨੂੰਨੀ ਲੋੜਾਂ ਕਾਰਨ ਵੱਖ-ਵੱਖ ਹੋ ਸਕਦੇ ਹਨ। ਇਸ ਵੀਡੀਓ ਵਿੱਚ ਏਅਰਵੇਬਿਲ ਤੇ ਦਿਖਾਈ ਦੇਣ ਵਾਲੇ ਨਿਯਮਾਂ ਅਤੇ ਸ਼ਰਤਾਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਜਾਵੇਗੀ। ਕਿਸੇ ਸਮੱਸਿਆ ਦੀ ਸਥਿਤੀ ਵਿੱਚ ਕਿਰਪਾ ਕਰਕੇ ਅਸਲ ਨਿਯਮਾਂ ਨੂੰ ਵੇਖੋ ਜੋ ਏਅਰਵੇਬਿਲ ਦੇ ਸਨਮੁਖ ਦਿੱਤੇ ਗਏ ਹਨ, ਜਿਸ ਨਾਲ ਸ਼ਿਪਮੈਂਟ ਪ੍ਰਭਾਵਿਤ ਹੋਈ ਹੈ। ਇਹ ਕੀਤਾ ਜਾਣਾ ਹੈ ਕਿਉਂਕਿ ਵੱਖ-ਵੱਖ ਕੰਪਨੀਆਂ ਵਿੱਚ ਕੁਝ ਵਿਭਿੰਨਤਾ ਦੇ ਨਿਯਮ ਹੋ ਸਕਦੇ ਹਨ। ਏਅਰਵੇਬਿਲ ਦੀਆਂ ਮਿਆਰੀ ਸ਼ਰਤਾਂ ਹੇਠਾਂ ਦਿੱਤੀਆਂ ਗਈਆਂ ਹਨ। ਏਅਰਵੇਬਿਲ ਦੇ ਮੁੱਖ ਤੇ ਦਿਖਾਈ ਦੇਣ ਵਾਲਾ ਨੋਟਿਸ। ਧਿਰਾਂ ਸਹਿਮਤ ਹਨ ਕਿ ਮਾਲ ਗੱਡੀ ਚੰਗੀ ਸਥਿਤੀ ਵਿੱਚ ਸਵੀਕਾਰ ਕੀਤੀਆਂ ਜਾਣੀਆਂ ਹਨ। ਜਦੋਂ ਤੱਕ ਉਹ ਸ਼ਰਤਾਂ ਦੇ ਆਧਾਰ ਤੇ ਇਸ ਦੇ ਉਲਟ ਉਪਰੋਕਤ ਦਿੱਤੇ ਸਮਝੌਤੇ ਲਈ ਸਹਿਮਤ ਨਹੀਂ ਹੁੰਦੇ, ਸਾਰੀਆਂ ਚੀਜ਼ਾਂ ਨੂੰ ਹੋਰ ਤਰੀਕਿਆਂ ਨਾਲ ਲਿਜਾਇਆ ਜਾ ਸਕਦਾ ਹੈ ਜਦੋਂ ਤੱਕ ਕਿ ਖਾਸ ਨਿਰਦੇਸ਼ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ। ਸ਼ਿਪਰ ਇਸ ਸਪਸ਼ਟ ਤੌਰ ਤੇ ਸਹਿਮਤ ਹੋਣਾ ਚਾਹੀਦਾ ਹੈ ਕਿ ਕੈਰੀਅਰ ਸ਼ਿਪਮੈਂਟ ਦੁਆਰਾ ਵਿਚਕਾਰਲੇ ਰੁਕਣ ਵਾਲੀਆਂ ਥਾਵਾਂ ਤੋਂ ਲਿਜਾਇਆ ਜਾ ਸਕਦਾ ਹੈ ਜੋ ਕੈਰੀਅਰ ਨੂੰ ਉਚਿਤ ਮਹਿਸੂਸ ਹੁੰਦੀਆਂ ਹਨ। ਏਅਰਵੇਬਿਲ ਤੇ ਇਕਰਾਰਨਾਮੇ ਦੀਆਂ ਸ਼ਰਤਾਂ। ਕੈਰੀਅਰ ਦੀ ਦੇਣਦਾਰੀ ਦੀ ਸੀਮਾ ਦੇ ਸੰਬੰਧ ਵਿੱਚ ਨੋਟਿਸ। ਮਾਂਟਰੀਅਲ ਜਾਂ ਵਾਰਸਾ ਕਨਵੈਨਸ਼ਨ ਨੂੰ ਦੇਣਦਾਰੀ ਤੇ ਲਾਗੂ ਕੀਤਾ ਜਾਂਦਾ ਹੈ ਜੇਕਰ ਕੋਈ ਨੁਕਸਾਨ ਜਾਂ ਮਾਲ ਨੂੰ ਦੇਰੀ ਹੁੰਦੀ ਹੈ। ਸੰਮੇਲਨਾਂ ਦੇ ਅਨੁਸਾਰ ਇਹਨਾਂ ਦੇਣਦਾਰੀ ਦੀਆਂ ਸੀਮਾਵਾਂ ਦਾ ਜ਼ਿਕਰ ਅੱਗੇ ਸਬ ਪੈਰਾਗ੍ਰਾਫ 5 ਵਿੱਚ ਕੀਤਾ ਜਾਵੇਗਾ ਜਦੋਂ ਤੱਕ ਦੇਣਦਾਰੀ ਲਈ ਉੱਚ ਮੁੱਲ ਘੋਸ਼ਿਤ ਨਹੀਂ ਕੀਤਾ ਜਾਂਦਾ ਹੈ। ਇਕਰਾਰਨਾਮੇ ਦੀਆਂ ਸ਼ਰਤਾਂ। ਇਕਰਾਰਨਾਮੇ ਅਤੇ ਨੋਟਿਸ। ਇਸ ਇਕਰਾਰਨਾਮੇ ਅਤੇ ਇਸ ਤੇ ਦਿਖਾਈ ਦੇਣ ਵਾਲੇ ਨੋਟਿਸਾਂ ਵਿੱਚ ਹੇਠ ਲਿਖਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ। ਕੈਰੀਅਰ ਵਿੱਚ ਇਹ ਏਅਰਵੇਬਿਲ ਜਾਰੀ ਕਰਨ ਵਾਲਾ ਏਅਰ ਕੈਰੀਅਰ ਅਤੇ ਸਾਰੇ ਕੈਰੀਅਰ ਸ਼ਾਮਲ ਹੁੰਦੇ ਹਨ ਜੋ ਮਾਲ ਢੋਣ ਲਈ ਜਾਂ ਅਜਿਹੇ ਕੈਰੇਜ ਨਾਲ ਸੰਬੰਧਿਤ ਕੋਈ ਹੋਰ ਸੇਵਾਵਾਂ ਕਰਨ ਲਈ ਲਿਜਾਏ ਜਾਂਦੇ ਹਨ। ਸਪੈਸ਼ਲ ਡਰਾਇੰਗ ਰਾਈਟ ਇੰਟਰਨੈਸ਼ਨਲ ਦੁਆਰਾ ਪਰਿਭਾਸ਼ਿਤ ਕੀਤੇ ਅਨੁਸਾਰ ਇੱਕ ਵਿਸ਼ੇਸ਼ ਮੁਦਰਾ ਫੰਡ ਡਰਾਇੰਗ ਅਧਿਕਾਰ ਹੈ। ਵਾਰਸਾ ਕਨਵੈਨਸ਼ਨ ਦਾ ਮਤਲਬ ਹੈ ਹੇਠਾਂ ਦਿੱਤੇ ਸਾਧਨਾਂ ਵਿੱਚੋਂ ਜੋ ਵੀ ਇਕਰਾਰਨਾਮੇ ਤੇ ਲਾਗੂ ਹੁੰਦਾ ਹੈ। 12 ਅਕਤੂਬਰ 1929 ਨੂੰ ਵਾਰਸਾ ਵਿਖੇ ਦਸਤਖਤ ਕੀਤੇ ਗਏ ਹਵਾਈ ਜਹਾਜ਼ ਦੁਆਰਾ ਅੰਤਰਰਾਸ਼ਟਰੀ ਕੈਰੇਜ ਨਾਲ ਸੰਬੰਧਿਤ ਕੁਝ ਨਿਯਮਾਂ ਦੇ ਏਕੀਕਰਨ ਲਈ ਕਨਵੈਨਸ਼ਨ। 28 ਸਤੰਬਰ 1956 ਨੂੰ ਹੇਗ ਵਿਖੇ ਸੋਧਿਆ ਗਿਆ ਸੰਮੇਲਨ। ਕਨਵੈਨਸ਼ਨ ਜਿਵੇਂ ਕਿ ਹੇਗ 1955 ਅਤੇ ਮਾਂਟਰੀਅਲ ਪ੍ਰੋਟੋਕਾਲ ਨੰਬਰ 1, 2 ਜਾਂ 4 1975 ਦੁਆਰਾ ਸੰਸ਼ੋਧਿਤ ਕੀਤਾ ਗਿਆ ਹੈ ਜਿਵੇਂ ਕੋਈ ਵੀ ਕੇਸ ਹੋਵੇ। ਮਾਂਟਰੀਅਲ ਕਨਵੈਨਸ਼ਨ ਦਾ ਅਰਥ ਹੈ 26 ਮਈ 1999 ਨੂੰ ਮਾਂਟਰੀਅਲ ਵਿੱਚ ਸਥਾਪਿਤ ਹਵਾਈ ਦੁਆਰਾ ਅੰਤਰਰਾਸ਼ਟਰੀ ਕੈਰੇਜ ਲਈ ਕੁਝ ਨਿਯਮਾਂ ਦੀ ਏਕੀਕਰਨ। ਕੈਰੇਜ ਦੀ ਦੇਣਦਾਰੀ। ਇੱਕ ਕੈਰੇਜ ਨੂੰ ਵਾਰਸਾ ਕਨਵੈਨਸ਼ਨ ਜਾਂ ਮਾਂਟਰੀਅਲ ਕਨਵੈਨਸ਼ਨ ਦੁਆਰਾ ਨਿਰਧਾਰਿਤ ਜ਼ਿੰਮੇਵਾਰੀ ਨਾਲ ਸੰਬੰਧਿਤ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ ਜਦੋਂ ਤੱਕ ਕਿ ਅਜਿਹੀ ਕੈਰੇਜ ਅੰਤਰਰਾਸ਼ਟਰੀ ਕੈਰੇਜ ਨਹੀਂ ਹੈ, ਜਿਵੇਂ ਕਿ ਇਹਨਾਂ ਸੰਮੇਲਨਾਂ ਦੇ ਅਧੀਨ ਦੱਸਿਆ ਗਿਆ ਹੈ। ਗੱਡੀਆਂ ਅਤੇ ਹੋਰ ਸੰਬੰਧਿਤ ਸੇਵਾਵਾਂ ਲਾਗੂ ਕਰਨਾ ਅਤੇ ਸਰਕਾਰੀ ਨਿਯਮਾਂ ਹਰੇਕ ਦੁਆਰਾ ਨਿਭਾਈਆਂ ਸੇਵਾਵਾਂ ਦੇ ਅਧੀਨ ਹਨ ਜਦੋਂ ਤੱਕ ਉਹ ਸੰਮੇਲਨਾਂ ਨਾਲ ਟਕਰਾਅ ਨਹੀਂ ਕਰਦੀਆਂ। ਲਾਗੂ ਕਾਨੂੰਨ ਅਤੇ ਸਰਕਾਰੀ ਨਿਯਮ। ਕੈਰੀਅਰ ਦੀਆਂ ਗੱਡੀਆਂ ਦੀਆਂ ਸ਼ਰਤਾਂ, ਸੰਬੰਧਿਤ ਨਿਯਮ ਅਤੇ ਨਿਯਮ ਸਮਾਂ ਸਾਰਣੀ ਰਵਾਨਗੀ ਅਤੇ ਪਹੁੰਚਣ ਦੇ ਖਾਸ ਸਮੇਂ ਤੋਂ ਬਿਨਾਂ ਅਤੇ ਲਾਗੂ ਟੈਰਿਫ ਜੋ ਸ਼ਾਮਲ ਕੀਤੇ ਗਏ ਹਨ ਅਤੇ ਜਿਨ੍ਹਾਂ ਦੀ ਕਾਰਗੋ ਵਿਕਰੀ ਦਫ਼ਤਰਾਂ ਦੇ ਹਵਾਈ ਅੱਡਿਆਂ ਤੇ ਜਾਂਚ ਕੀਤੀ ਜਾ ਸਕਦੀ ਹੈ ਜਿੱਥੋਂ ਇਹ ਨਿਯਮਤ ਸੇਵਾਵਾਂ ਚਲਾਉਂਦਾ ਹੈ। ਜਦੋਂ ਕੈਰੇਜ USA ਤੋਂ ਜਾਂਦਾ ਹੈ
ਤਾਂ ਸ਼ਿਪਰ ਅਤੇ ਮਾਲ ਭੇਜਣ ਵਾਲੇ ਨੂੰ ਕੈਰੀਅਰ ਦੀਆਂ ਕੈਰੇਜ ਦੀਆਂ ਸ਼ਰਤਾਂ ਦੀ ਇੱਕ ਮੁਫਤ ਕਾਪੀ ਮਿਲਦੀ ਹੈ ਜੇਕਰ ਉਹ ਇਸ ਦੀ ਬੇਨਤੀ ਕਰਦੇ ਹਨ। ਕੈਰੀਅਰ ਦੀਆਂ ਗੱਡੀਆਂ ਦੀਆਂ ਸ਼ਰਤਾਂ ਵਿੱਚ ਸ਼ਾਮਲ ਹਨ, ਪਰ ਇਹਨਾਂ ਤੱਕ ਸੀਮਿਤ ਨਹੀਂ ਹਨ। ਮਾਲ ਦੇ ਨੁਕਸਾਨ ਜਾਂ ਦੇਰੀ ਲਈ ਕੈਰੀਅਰ ਦੀ ਦੇਣਦਾਰੀ ਤੇ ਸੀਮਾਵਾਂ, ਜਿਸ ਵਿੱਚ ਨਾਜ਼ੁਕ ਜਾਂ ਨਾਸ਼ਵਾਨ ਵਸਤੂਆਂ ਸ਼ਾਮਲ ਹਨ। ਕਲੇਮ ਪਾਬੰਦੀਆਂ ਵਿੱਚ ਉਹ ਸਮਾਂ ਸ਼ਾਮਲ ਹੁੰਦਾ ਹੈ ਜਿਸ ਦੇ ਅੰਦਰ ਸ਼ਿਪਰਾਂ ਜਾਂ ਕੰਸਾਈਨੀਆਂ ਨੂੰ ਕੈਰੀਅਰ ਦੇ ਵਿਰੁੱਧ ਉਸਦੇ ਕੰਮਾਂ ਲਈ ਕਾਰਵਾਈ ਕਰਨੀ ਚਾਹੀਦੀ ਹੈ, ਜਾਂ ਭੁੱਲ ਜਾਂ ਐਕਟ ਅਤੇ ਇਸ ਦੇ ਏਜੰਟਾਂ ਦੀਆਂ ਭੁੱਲਾਂ। ਇਕਰਾਰਨਾਮੇ ਦੀਆਂ ਸ਼ਰਤਾਂ ਨੂੰ ਬਦਲਣ ਲਈ ਕੈਰੀਅਰ ਦੇ ਅਧਿਕਾਰ, ਜੇ ਕੋਈ ਹਨ। ਕੈਰੀਅਰ ਦੇ ਚੁੱਕਣ ਤੋਂ ਇਨਕਾਰ ਕਰਨ ਦੇ ਅਧਿਕਾਰ ਬਾਰੇ ਨਿਯਮ। ਸੇਵਾ ਕਰਨ ਵਿੱਚ ਦੇਰੀ ਜਾਂ ਅਸਫਲਤਾ ਦੇ ਸੰਬੰਧ ਵਿੱਚ ਕੈਰੀਅਰ ਦੇ ਅਧਿਕਾਰ ਅਤੇ ਸੀਮਾਵਾਂ, ਜਿਸ ਵਿੱਚ ਸਮਾਂ ਸਾਰਣੀ ਵਿੱਚ ਤਬਦੀਲੀਆਂ, ਵਿਕਲਪ ਕੈਰੀਅਰ ਜਾਂ ਹਵਾਈ ਜਹਾਜ਼ ਦਾ ਬਦਲਣਾ ਅਤੇ ਰੀਰੂਟਿੰਗ ਸ਼ਾਮਿਲ ਕਰਨਾ। ਸਹਿਮਤੀ ਨਾਲ ਰੁਕਣ ਵਾਲੀਆਂ ਥਾਵਾਂ। ਸਹਿਮਤੀ ਨਾਲ ਰੁਕਣ ਵਾਲੇ ਸਥਾਨਾਂ ਨੂੰ ਉਹਨਾਂ ਸਥਾਨਾਂ ਵਜੋਂ ਪਰਿਭਾਸ਼ਿਤ ਕੀਤਾ ਗਿਆ ਹੈ, ਰਵਾਨਗੀ ਦੇ ਸਥਾਨ ਅਤੇ ਮੰਜ਼ਿਲ ਦੇ ਸਥਾਨ ਨੂੰ ਛੱਡ ਕੇ, ਜੋ ਕਿ ਕੈਰੀਅਰ ਦੀ ਸਮਾਂ ਸਾਰਣੀ ਵਿੱਚ ਨਿਰਧਾਰਤ ਜਾਂ ਦਰਸਾਏ ਗਏ ਰੂਟ ਲਈ ਨਿਰਧਾਰਤ ਰੁਕਣ ਵਾਲੀਆਂ ਥਾਵਾਂ ਦੇ ਰੂਪ ਵਿੱਚ ਦਿਖਾਉਂਦੇ ਹਨ। ਐਮਰਜੈਂਸੀ ਦੀ ਸਥਿਤੀ ਵਿੱਚ ਇਹਨਾਂ ਨੂੰ ਬਦਲਿਆ ਜਾ ਸਕਦਾ ਹੈ। ਕਈ ਲਗਾਤਾਰ ਕੈਰੀਅਰਾਂ ਦੁਆਰਾ ਇਸ ਵਿੱਚ ਕੀਤੇ ਜਾਣ ਵਾਲੇ ਕੈਰੇਜ ਨੂੰ ਇੱਕ ਸਿੰਗਲ ਆਪਰੇਸ਼ਨ ਮੰਨਿਆ ਜਾਂਦਾ ਹੈ। ਕੈਰੀਅਰ ਦੀ ਦੇਣਦਾਰੀ ਦੀ ਸੀਮਾ। ਮਾਲ ਗੁਆਚਣ, ਨੁਕਸਾਨੇ ਜਾਂ ਦੇਰੀ ਹੋਣ ਵਾਲੇ ਮਾਲ ਲਈ ਕੈਰੀਅਰ ਦੀ ਦੇਣਦਾਰੀ ਸੀਮਾ 19 SGRs ਪ੍ਰਤੀ ਕਿਲੋਗ੍ਰਾਮ ਕੈਰੇਜ ਲਈ ਹੋਵੇਗੀ, ਜਿਸ ਦੇ ਮਾਂਟਰੀਅਲ ਕਨਵੈਨਸ਼ਨ ਲਾਗੂ ਨਹੀਂ ਹੁੰਦੀ ਜਦੋਂ ਤੱਕ ਕਿ ਕਿਸੇ ਵੀ ਲਾਗੂ ਸੰਮੇਲਨ ਜਾਂ ਕੈਰੀਅਰ ਦੇ ਟੈਰਿਫ ਜਾਂ ਆਮ ਸ਼ਰਤਾਂ ਵਿੱਚ ਪ੍ਰਤੀ ਕਿਲੋਗ੍ਰਾਮ ਤੋਂ ਵੱਧ ਮੁਦਰਾ ਸੀਮਾ ਪ੍ਰਦਾਨ ਨਹੀਂ ਕੀਤੀ ਜਾਂਦੀ। ਕ੍ਰੈਡਿਟ ਐਕਸਟੈਂਸ਼ਨ। ਸ਼ਿਪਰ ਕੈਰੇਜ ਲਈ ਸਾਰੇ ਖਰਚਿਆਂ ਦੇ ਭੁਗਤਾਨ ਦੀ ਗਾਰੰਟੀ ਦਿੰਦਾ ਹੈ। ਕੈਰੀਅਰ ਦਾ ਟੈਰਿਫ, ਢੋਆ ਢੁਆਈ ਦੀਆਂ ਸ਼ਰਤਾਂ ਤੇ ਸੰਬੰਧਿਤ ਨਿਯਮਾਂ, ਲਾਗੂ ਕਾਨੂੰਨ, ਵਾਰਸਾ ਕਨਵੈਨਸ਼ਨ ਅਤੇ ਮਾਂਟਰੀਅਲ ਕਨਵੈਨਸ਼ਨ ਨੂੰ ਲਾਗੂ ਕਰਨ ਵਾਲੇ ਰਾਸ਼ਟਰੀ ਕਾਨੂੰਨਾਂ ਸਮੇਤ ਸਰਕਾਰੀ ਨਿਯਮ, ਆਰਡਰ ਅਤੇ ਲੋੜਾਂ। ਜਦੋਂ ਤੱਕ ਕੈਰੀਅਰ ਸ਼ਿਪਰ ਦੀ ਲਿਖਤੀ ਸਹਿਮਤੀ ਤੋਂ ਬਿਨਾਂ ਕੰਸਾਈਨ ਨੂੰ ਕ੍ਰੈਡਿਟ ਨਹੀਂ ਦਿੰਦਾ ਹੈ। ਜਦੋਂ ਖੇਪ ਦਾ ਕੋਈ ਹਿੱਸਾ ਨਹੀਂ ਡਿਲੀਵਰੀ ਕੀਤਾ ਜਾਂਦਾ ਹੈ ਤਾਂ ਇੱਕ ਦਾਅਵੇ 'ਤੇ ਵਿਚਾਰ ਕੀਤਾ ਜਾਵੇਗਾ, ਭਾਵੇਂ ਟਰਾਂਸਪੋਰਟੇਸ਼ਨ ਖਰਚਿਆਂ ਦਾ ਭੁਗਤਾਨ ਨਾ ਕੀਤਾ ਗਿਆ ਹੋਵੇ। ਕੈਰੇਜ ਲਈ ਦੇਣਦਾਰੀ ਦੀ ਸੀਮਾ। ਵਾਰਸਾ ਕਨਵੈਨਸ਼ਨ ਅਤੇ ਮਾਂਟਰੀਅਲ ਕਨਵੈਨਸ਼ਨ ਸ਼ਿਪਰਾਂ ਨੂੰ ਕੈਰੇਜ ਲਈ ਉੱਚ ਮੁੱਲ ਦੀ ਘੋਸ਼ਣਾ ਕਰਕੇ ਅਤੇ ਜੇ ਲੋੜ ਪੈਣ 'ਤੇ ਜਿਸ ਕੈਰੇਜ 'ਤੇ ਨਾ ਤਾਂ ਵਾਰਸਾ ਕਨਵੈਨਸ਼ਨ ਅਤੇ ਨਾ ਹੀ ਮਾਂਟਰੀਅਲ ਕਨਵੈਨਸ਼ਨ ਲਾਗੂ ਹੁੰਦੀ ਹੈ। ਕੈਰੀਅਰ ਕੈਰੇਜ ਦੀਆਂ ਆਪਣੀਆਂ ਆਮ ਸਥਿਤੀਆਂ ਅਤੇ ਲਾਗੂ ਟੈਰਿਫਾਂ ਦੀਆਂ ਪ੍ਰਕਿਰਿਆਵਾਂ ਦੁਆਰਾ ਸ਼ਿਪਰਾਂ ਨੂੰ ਕੈਰੇਜ ਲਈ ਉੱਚ ਮੁੱਲ ਦਾ ਐਲਾਨ ਕਰਕੇ ਅਤੇ ਭੁਗਤਾਨ ਕਰਕੇ ਦੇਣਦਾਰੀ ਦੀ ਸੀਮਾ ਨੂੰ ਵਧਾਉਣ ਦੀ ਇਜਾਜ਼ਤ ਦੇਵੇਗਾ, ਜੇਕਰ ਲੋੜ ਹੋਵੇ ਤਾਂ ਇੱਕ ਪੂਰਕ ਖਰਚਾ ਵੀ। ਕਾਰਗੋ ਦੇ ਹਿੱਸੇ ਦਾ ਨੁਕਸਾਨ, ਦੇਰੀ ਜਾਂ ਕੋਈ ਹੋਰ ਨੁਕਸਾਨ। ਕਾਰਗੋ ਦੇ ਕਿਸੇ ਵੀ ਹਿੱਸੇ ਦੇ ਨੁਕਸਾਨ, ਖਰਾਬੀ ਜਾਂ ਦੇਰੀ ਦੇ ਮਾਮਲੇ ਵਿੱਚ ਕੈਰੀਅਰ ਦੀ ਦੇਣਦਾਰੀ ਦੀ ਸੀਮਾ ਨਿਰਧਾਰਤ ਕਰਨ ਵਿੱਚ ਉਹ ਭਾਰ ਹੋਵੇਗਾ ਜੋ ਅਜਿਹੇ ਉੱਤੇ ਕੈਰੇਜ ਲਈ ਚਾਰਜ ਨਿਰਧਾਰਤ ਕਰਨ ਲਈ ਵਰਤਿਆ ਜਾਂਦਾ ਹੈ। ਸ਼ਿਪਮੈਂਟ। US ਟਰਾਂਸਪੋਰਟੇਸ਼ਨ ਕੋਡ ਦੁਆਰਾ ਪਰਿਭਾਸ਼ਿਤ ਕੀਤੇ ਗਏ ਵਿਦੇਸ਼ੀ ਹਵਾਈ ਆਵਾਜਾਈ ਲਈ ਕਿਸੇ ਹੋਰ ਵਿਵਸਥਾ ਦੇ ਬਾਵਜੂਦ ਮਾਲ ਦੇ ਕਿਸੇ ਵੀ ਹਿੱਸੇ ਦੇ ਨੁਕਸਾਨ, ਖਰਾਬੀ ਜਾਂ ਦੇਰੀ ਦੇ ਮਾਮਲੇ ਵਿੱਚ ਕੈਰੀਅਰ ਦੀ ਦੇਣਦਾਰੀ ਦੀ ਸੀਮਾ ਨੂੰ ਨਿਰਧਾਰਤ ਕਰਨ ਵਿੱਚ ਧਿਆਨ ਵਿੱਚ ਰੱਖਿਆ ਜਾਣ ਵਾਲਾ ਭਾਰ ਉਹ ਭਾਰ ਹੋਵੇਗਾ ਜਿਸ ਦੀ ਵਰਤੋਂ ਅਜਿਹੇ ਮਾਲ ਦੀ ਢੋਆ ਢੁਆਈ ਲਈ ਚਾਰਜ ਨਿਰਧਾਰਤ ਕਰਨ ਲਈ ਕੀਤੀ ਜਾਂਦੀ ਹੈ, ਅਤੇ ਕਿਸੇ ਸ਼ਿਪਮੈਂਟ ਦੇ ਕਿਸੇ ਹਿੱਸੇ ਦੇ ਨੁਕਸਾਨ ਜਾਂ ਦੇਰੀ ਦੀ ਸਥਿਤੀ ਵਿੱਚ ਉਪਰੋਕਤ ਬਿੰਦੂ ਵਿੱਚ ਸ਼ਿਪਮੈਂਟ ਦਾ ਭਾਰ ਉਸੇ ਬਿੱਲ ਦੁਆਰਾ ਕਵਰ ਕੀਤੇ ਗਏ ਪੈਕੇਜਾਂ ਨੂੰ ਦਿੱਤਾ ਜਾਵੇਗਾ ਜਿਸ ਦਾ ਕਾਰਗੋ ਨੂੰ ਕੈਰੇਜ ਲਈ ਸਵੀਕਾਰ ਕੀਤਾ ਜਾਂਦਾ ਹੈ, ਤਾਂ ਚਾਰਜ ਦੇ ਪੂਰਕ ਦਾ ਭੁਗਤਾਨ ਕਰਕੇ ਜ਼ਿੰਮੇਵਾਰੀ ਦੀ ਸੀਮਾ ਨੂੰ ਵਧਾਉਣ ਦੀ ਇਜਾਜ਼ਤ ਦਿੰਦਾ ਹੈ। ਮੁੱਲ ਪ੍ਰਭਾਵਿਤ ਹੁੰਦਾ ਹੈ। ਇੱਕ ਪੈਕੇਜ ਵਿੱਚ ਇੱਕ ਤੋਂ ਵੱਧ ਲੇਖਾਂ ਦੇ ਨੁਕਸਾਨ ਜਾਂ ਨੁਕਸਾਨ ਦੇ ਮਾਮਲੇ ਵਿੱਚ ਲਾਗੂ ਭਾਰ ਪੂਰੇ ਪੈਕੇਜ ਦਾ ਭਾਰ ਹੋਵੇਗਾ। ਦੇਣਦਾਰੀ ਦੀ ਬੇਦਖਲੀ। ਦੇਣਦਾਰੀ ਦੀ ਕੋਈ ਬੇਦਖਲੀ ਜਾਂ ਸੀਮਾ ਸਾਰੇ ਕੈਰੀਅਰਾਂ ਅਤੇ ਕਿਸੇ ਵੀ ਵਿਅਕਤੀ ਦੇ ਏਜੰਟਾਂ 'ਤੇ ਲਾਗੂ ਹੁੰਦੀ ਹੈ। ਕਰਮਚਾਰੀ ਅਤੇ ਨੁਮਾਇੰਦੇ
ਜਿਨ੍ਹਾਂ ਦੇ ਜਹਾਜ਼ ਜਾਂ ਉਪਕਰਣ ਕੈਰੀਅਰ ਦੁਆਰਾ ਵਰਤੇ ਜਾਂਦੇ ਹਨ। ਵਾਜਬ ਡਿਸਪੈਚ। ਜਿੱਥੇ ਲਾਗੂ ਕਾਨੂੰਨ, ਟੈਰਿਫ ਅਤੇ ਸਰਕਾਰੀ ਨਿਯਮਾਂ ਦੀ ਇਜਾਜ਼ਤ ਹੈ, ਕੈਰੀਅਰ ਵਿਕਲਪ ਕੈਰੀਅਰਾਂ, ਹਵਾਈ ਜਹਾਜ਼ਾਂ ਜਾਂ ਆਵਾਜਾਈ ਦੇ ਢੰਗਾਂ ਦੀ ਵਰਤੋਂ ਬਿਨਾਂ ਨੋਟਿਸ ਦੇ ਕਰ ਸਕਦਾ ਹੈ, ਪਰ ਸ਼ਿਪਰ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ਿਪਰ ਕੈਰੀਅਰ ਨੂੰ ਰੂਟਿੰਗ ਅਤੇ ਇੰਟਰਮੀਡੀਏਟ ਰੁਕਣ ਵਾਲੀਆਂ ਥਾਵਾਂ ਦੀ ਚੋਣ ਕਰਨ ਦਾ ਅਧਿਕਾਰ ਦਿੰਦਾ ਹੈ। ਬਿਨਾਂ ਸ਼ਿਕਾਇਤ ਦੇ ਮਾਲ ਦੀ ਰਸੀਦ। ਇਹ ਸਾਬਤ ਕਰਨ ਲਈ ਕਿ ਕਾਰਗੋ ਚੰਗੀ ਸਥਿਤੀ ਵਿੱਚ ਡਿਲੀਵਰ ਕੀਤਾ ਗਿਆ ਹੈ ਅਤੇ ਕੈਰੇਜ ਦੇ ਇਕਰਾਰਨਾਮੇ ਦੀ ਪਾਲਣਾ ਕੀਤੀ ਗਈ ਹੈ, ਬਿਨਾਂ ਸ਼ਿਕਾਇਤ ਦੇ ਮਾਲ ਦੀ ਡਿਲੀਵਰੀ ਦੇ ਹੱਕਦਾਰ ਵਿਅਕਤੀ ਦੁਆਰਾ ਰਸੀਦ ਲਾਗੂ ਸਬੂਤ ਵਜੋਂ ਪ੍ਰਦਾਨ ਕੀਤੀ ਜਾਂਦੀ ਹੈ। ਮਾਲ ਦੇ ਨੁਕਸਾਨ, ਖਰਾਬੀ ਜਾਂ ਦੇਰੀ ਦੇ ਮਾਮਲੇ ਵਿੱਚ ਡਿਲੀਵਰੀ ਦੇ ਹੱਕਦਾਰ ਵਿਅਕਤੀ ਦੁਆਰਾ ਕੈਰੀਅਰ ਨੂੰ ਲਿਖਤੀ ਸ਼ਿਕਾਇਤ ਕੀਤੀ ਜਾਣੀ ਚਾਹੀਦੀ ਹੈ। ਮਾਲ ਨੂੰ ਨੁਕਸਾਨ ਹੋਣ ਦੀ ਸੂਰਤ ਵਿੱਚ ਮਾਲ ਦੀ ਪ੍ਰਾਪਤੀ ਦੀ ਮਿਤੀ ਤੋਂ 14 ਦਿਨ ਦੇ ਅੰਦਰ ਨੁਕਸਾਨ ਦੀ ਖੋਜ ਦੇ ਤੁਰੰਤ ਬਾਅਦ ਇੱਕ ਸ਼ਿਕਾਇਤ ਕੀਤੀ ਜਾਣੀ ਚਾਹੀਦੀ ਹੈ। ਦੇਰੀ ਦੀ ਸੂਰਤ ਵਿੱਚ ਉਸ ਮਿਤੀ ਤੋਂ 21 ਦਿਨਾਂ ਦੇ ਅੰਦਰ ਜਿਸ ਦੇ ਡਿਲੀਵਰੀ ਦੇ ਹੱਕਦਾਰ ਵਿਅਕਤੀ ਦੇ ਨਿਪਟਾਰੇ 'ਤੇ ਮਾਲ ਰੱਖਿਆ ਗਿਆ ਸੀ, ਇੱਕ ਸ਼ਿਕਾਇਤ ਕੀਤੀ ਜਾਣੀ ਚਾਹੀਦੀ ਹੈ। ਮਾਲ ਦੀ ਸਪੁਰਦੀ ਨਾ ਹੋਣ ਦੀ ਸੂਰਤ ਵਿੱਚ ਏਅਰਵੇਬਲ ਜਾਰੀ ਕਰਨ ਦੀ ਮਿਤੀ ਤੋਂ 120 ਦਿਨਾਂ ਦੇ ਅੰਦਰ ਸ਼ਿਕਾਇਤ ਕਰਨ ਦੀ ਸਮਾਂ ਮਿਆਦ। ਜੇਕਰ ਏਅਰਵੇਬਲ ਜਾਰੀ ਨਹੀਂ ਕੀਤਾ ਗਿਆ ਹੈ ਤਾਂ ਸ਼ਿਕਾਇਤ ਕਰਨ ਦਾ ਸਮਾਂ ਕੈਰੀਅਰ ਦੁਆਰਾ ਆਵਾਜਾਈ ਲਈ ਮਾਲ ਚੁੱਕਣ ਤੋਂ 120 ਦਿਨਾਂ ਦੇ ਅੰਦਰ ਹੈ। ਸ਼ਿਕਾਇਤ ਕੀਤੀ ਜਾਣੀ ਚਾਹੀਦੀ ਹੈ ਉਸ ਕੈਰੀਅਰ ਨੂੰ ਜਿਸ ਦਾ ਏਅਰਵੇਬਲ ਵਰਤਿਆ ਗਿਆ ਹੈ। ਪਹਿਲੇ ਕੈਰੀਅਰ, ਆਖਰੀ ਕੈਰੀਅਰ ਜਾਂ ਕੈਰੀਅਰ ਨੂੰ ਜਿਸ ਨੇ ਕੈਰੇਜ ਕੀਤੀ ਸੀ ਜਿਸ ਦੌਰਾਨ ਨੁਕਸਾਨ ਜਾਂ ਦੇਰੀ ਹੋਈ ਸੀ। ਜਦੋਂ ਤੱਕ ਉੱਪਰ ਦਿੱਤੇ ਬਿੰਦੂਆਂ ਵਿੱਚ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਲਿਖਤੀ ਸ਼ਿਕਾਇਤ ਨਹੀਂ ਕੀਤੀ ਜਾਂਦੀ, ਕੈਰੀਅਰ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ। ਕਿਸੇ ਕੈਰੀਅਰ ਨੂੰ ਹੋਏ ਨੁਕਸਾਨ ਲਈ ਮੰਜ਼ਿਲ 'ਤੇ ਪਹੁੰਚਣ ਦੀ ਮਿਤੀ ਤੋਂ ਉਸ ਮਿਤੀ ਤੋਂ ਜਿਸ ਦਿਨ ਜਹਾਜ਼ ਨੂੰ ਪਹੁੰਚਣਾ ਚਾਹੀਦਾ ਸੀ ਜਾਂ ਜਿਸ ਮਿਤੀ 'ਤੇ ਕੈਰੇਜ ਰੁਕਿਆ ਸੀ ਤੋਂ 2 ਸਾਲਾਂ ਦੇ ਅੰਦਰ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਲਾਗੂ ਕਾਨੂੰਨਾਂ ਅਤੇ ਸਰਕਾਰੀ ਨਿਯਮਾਂ ਦੀ ਪਾਲਣਾ। ਸ਼ਿਪਰ ਨੂੰ ਕਿਸੇ ਵੀ ਦੇਸ਼ ਦੇ ਸਾਰੇ ਲਾਗੂ ਕਾਨੂੰਨਾਂ ਅਤੇ ਸਰਕਾਰੀ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜਾਂ ਜਿੱਥੋਂ ਕਾਰਗੋ ਲਿਜਾਇਆ ਜਾ ਸਕਦਾ ਹੈ ਅਤੇ ਅਜਿਹੀ ਜਾਣਕਾਰੀ ਪ੍ਰਦਾਨ ਕਰੇਗਾ ਅਤੇ ਅਜਿਹੇ ਦਸਤਾਵੇਜ਼ਾਂ ਨੂੰ ਏਅਰਵੇਬਲ ਨਾਲ ਨੱਥੀ ਕਰੇਗਾ ਜਿਵੇਂ ਕਿ ਕਾਨੂੰਨ ਦੇ ਅਧੀਨ ਕਿਹਾ ਗਿਆ ਹੈ। ਕੈਰੀਅਰ ਸ਼ਿਪਰ ਲਈ ਜਵਾਬਦੇਹ ਨਹੀਂ ਹੈ ਅਤੇ ਸ਼ਿਪਰ ਇਸ ਵਿਵਸਥਾ ਦੀ ਪਾਲਣਾ ਕਰਨ ਵਿੱਚ ਸ਼ਿਪਰ ਦੀ ਅਸਫਲਤਾ ਦੇ ਕਾਰਨ ਕੈਰੀਅਰ ਨੂੰ ਨੁਕਸਾਨ ਜਾਂ ਖਰਚੇ ਲਈ ਮੁਆਵਜ਼ਾ ਦੇਵੇਗਾ। ਸ਼ਿਕਾਇਤ ਕੀਤੀ ਜਾਣੀ ਚਾਹੀਦੀ ਹੈ। ਕੈਰੀਅਰ ਜਿਸ ਦਾ ਏਅਰਵੇਬਲ ਵਰਤਿਆ ਗਿਆ ਸੀ, ਪਹਿਲਾ ਕੈਰੀਅਰ, ਆਖਰੀ ਕੈਰੀਅਰ ਜਾਂ ਕੈਰੀਅਰ ਨੂੰ ਜਿਸ ਨੇ ਕੈਰੇਜ ਕੀਤਾ ਜਿਸ ਦੌਰਾਨ ਨੁਕਸਾਨ ਜਾਂ ਖਰਾਬੀ ਜਾਂ ਦੇਰੀ ਹੋਈ। ਅਥਾਰਟੀ। ਕਿਸੇ ਵੀ ਏਜੰਟ, ਕਰਮਚਾਰੀ ਜਾਂ ਕੈਰੀਅਰ ਦੇ ਨੁਮਾਇੰਦੇ ਨੂੰ ਇਸ ਇਕਰਾਰਨਾਮੇ ਦੀਆਂ ਵਿਵਸਥਾਵਾਂ ਬਦਲਣ, ਸੋਧਣ ਜਾਂ ਮੁਆਫ ਕਰਨ ਦਾ ਅਧਿਕਾਰ ਨਹੀਂ ਹੈ। ਇਹ ਪੇਸ਼ਕਾਰੀ JBS ਅਕੈਡਮੀ ਦੁਆਰਾ ਤਿਆਰ ਕੀਤਾ ਗਿਆ ਇੱਕ ਟਿਊਟੋਰੀਅਲ ਹੈ ਜੋ ਉਪਭੋਗਤਾਵਾਂ ਨੂੰ ਤਿਆਰੀ ਦੀਆਂ ਇੱਕ ਏਅਰਵੇਬਲ ਦੀ ਬਾਰੀਕੀਆਂ ਸਿੱਖਣ ਵਿੱਚ ਮਦਦ ਕਰਦਾ ਹੈ। ਇਹ ਆਮ ਦਿਸ਼ਾ ਨਿਰਦੇਸ਼ ਅਤੇ ਖਾਸ ਵੇਰਵੇ ਹਨ ਜੋ ਭੂਗੋਲਿਕ ਜਾਂ ਕਾਨੂੰਨੀ ਲੋੜਾਂ ਕਾਰਨ ਵੱਖ-ਵੱਖ ਹੋ ਸਕਦੇ ਹਨ। For detailed learning of all logistics subjects, visit www.logiveda.com.